हाँ जी, बहुत ही प्यारे बच्चों, सत श्री अकाल। ਅੱਜ ਅਸੀਂ ਮਿਤੀ 30/10/2020 ਲਈ ਪੈਚ ਸ਼ੀਟ 53 ਬਣਾਉਣ ਜਾ ਰਹੇ ਹਾਂ। ਰੋਜ਼ ਦੀ ਤਰ੍ਹਾਂ ਆਪਾਂ ਪੈਰੇ ਪੜਾਂਗੇ। ਪਲੀਜ਼ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ। ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦੀ ਸੀ ਤੇ ਅੱਜ ਵੀ ਕਹਿ ਰਹੀ ਹਾਂ ਕਿ ਇਸ ਦੇ ਨਾਲ ਕੀ ਹੈ, ਜਿਹੜਾ ਸਾਡਾ ਰੀਡਿੰਗ ਸਕਿੱਲ ਹੈ, ਪੜ੍ਹਾਈ ਦੇ ਵਿੱਚ ਸਾਡੀ ਪੰਜਾਬੀ, ਹਿੰਦੀ, ਇੰਗਲਿਸ਼, ਉਹਦੇ ਨਾਲ ਬਹੁਤ ਜ਼ਿਆਦਾ ਸੁਧਾਰ ਹੁੰਦਾ, ਕਿਉਂਕਿ ਤੁਸੀਂ ਅੱਜ ਕੱਲ੍ਹ ਘਰ ਬੈਠੇ ਹੋ। ਬੱਚੇ ਪੜ੍ਹਨ ਦੀ ਬਜਾਏ ਟੀਵੀ, ਮੋਬਾਈਲਾਂ ਵੱਲ ਜ਼ਿਆਦਾ ਧਿਆਨ ਦਿੰਦੇ ਨੇ, ਰੀਡਿੰਗ ਵੱਲ ਧਿਆਨ ਘੱਟ ਦਿੰਦੇ ਨੇ। ਜੇਕਰ ਆਪਾਂ ਰੋਜ਼ ਦੀ ਰੋਜ਼ ਇਸ ਤਰ੍ਹਾਂ ਦੁਹਰਾਈ ਕਰਦੇ ਰਹੀਏ ਤਾਂ ਅਸੀਂ ਨਾ ਫਿਰ ਪੰਜਾਬੀ ਪੜ੍ਹਨਾ ਭੁੱਲਾਂਗੇ, ਨਾ ਅਸੀਂ ਇੰਗਲਿਸ਼ ਪੜ੍ਹਨੀ ਭੁੱਲਾਂਗੇ ਅਤੇ ਨਾ ਹੀ ਅਸੀਂ ਹਿੰਦੀ ਪੜ੍ਹਨੀ ਭੁੱਲਾਂਗੇ। ਹਾਂਜੀ, ਮੈਨੂੰ ਉਮੀਦ ਹੈ ਕਿ ਮੇਰੇ ਸਾਰੇ ਬੱਚੇ ਮੇਰਾ ਕਹਿਣਾ ਮੰਨਣਗੇ ਅਤੇ ਕੀ ਹੈ, ਮੇਰੇ ਨਾਲ ਉਹ ਵੀ ਪੰਜਾਬੀ, ਹਿੰਦੀ, ਇੰਗਲਿਸ਼ ਪੜ੍ਹਨਗੇ। ਹਾਂਜੀ ਬੱਚੋ, ਵਿਸ਼ਾ ਪੰਜਾਬੀ। ਗਰਮੀ, ਸਰਦੀ, ਪਤਝੜ ਅਤੇ ਬਸੰਤ ਭਾਰਤ ਦੀਆਂ ਪ੍ਰਮੁੱਖ ਰੁੱਤਾਂ ਹਨ। ਹਰ ਇੱਕ ਰੁੱਤ ਦੀ ਆਪਣੀ ਵਿਸ਼ੇਸ਼ਤਾ ਹੈ। ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ। ਸਰਦੀ ਖਤਮ ਹੋਣ ਤੋਂ ਬਾਅਦ ਬਸੰਤ ਰੁੱਤ ਆਉਂਦੀ ਹੈ, ਇਸ ਲਈ ਕਿਹਾ ਜਾਂਦਾ ਹੈ ਆਈ ਬਸੰਤ ਪਾਲਾ ਉਡੰਤ। ਹਾਂਜੀ ਬੱਚੋ, ਦੇਖੋ ਦੋਨੇ ਪਾਸੇ ਕੌਮਾ ਲੱਗੇ ਹੋਏ ਨੇ। ਕਿਉਂ ਲਗਾਏ ਹੋਏ ਨੇ? ਕਿਉਂਕਿ ਕਿਸੇ ਦੀ ਕਹੀ ਗੱਲ ਨੂੰ ਜਾਂ ਕੋਈ ਜਿਹੜੀ ਪੱਕੀ ਕਹਾਵਤ ਹੈ, ਠੀਕ ਹੈ, ਉਸ ਨੂੰ ਕੀ ਅਸੀਂ ਕੀ ਹੈ ਵੀ ਇਸ ਤਰ੍ਹਾਂ ਇਹਦੇ ਵਿੱਚ ਕੌਮਾ ਦੇ ਵਿੱਚ ਲਿਖਦੇ ਹਾਂ, ਠੀਕ ਹੈ। ਇਸ ਨੂੰ ਕੀ ਹੈ, ਇਨ ਬਿਨ ਅਸੀਂ ਲਿਖਣ ਦੇ ਲਈ ਇਸ ਨੂੰ ਕੀ ਹੈ, ਇਨਵਰਟਡ ਕੌਮਾਸ ਕੀ ਅਸੀਂ ਵਰਤੋਂ ਕਰਦੇ ਹਾਂ। ਇਹ ਰੁੱਤ ਹਰ ਇੱਕ ਨੂੰ ਚੰਗੀ ਲੱਗਦੀ ਹੈ। ਬਾਗਾਂ ਵਿੱਚ ਨਵੇਂ ਫੁੱਲ ਖਿੜਨ ਲੱਗਦੇ ਹਨ। ਬਸੰਤ ਰੁੱਤ ਦਾ ਤਿਉਹਾਰ ਵੀ ਇਹਨਾਂ ਦਿਨਾਂ ਵਿੱਚ ਹੀ ਮਨਾਇਆ ਜਾਂਦਾ ਹੈ। ਥਾਂ ਬਸੰਤ ਪੰਚਮੀ ਦਾ ਮੇਲਾ ਲੱਗਦਾ ਹੈ। ਸਾਰੇ ਲੋਕ ਪੀਲੇ ਦੇਖੋ ਬੱਚੇ, ਤੇ ਲੱਲੇ ਦੇ ਪੈਰ 'ਚ ਬਿੰਦੀ ਹੈ, ਨਹੀਂ ਪੀਲੇ ਬਣ ਜੂਗਾ, ਠੀਕ ਹੈ ਨਾ, ਪੀਲੇ। ਪਰ ਅਸੀਂ ਕੀ ਹੈ, ਪੀਲੇ ਬੋਲਦੇ ਹਾਂ। ਲੱਲੇ ਨੂੰ ਖੁੱਲ੍ਹ ਕੇ ਬੋਲ ਰਿਹਾ, ਮੂੰਹ ਖੁੱਲ੍ਹਾ ਚੱਲ ਕੇ ਪੀਲੇ। ਅਸੀਂ ਪੀਲੇ ਨਹੀਂ ਬੋਲਦੇ। ਇਸ ਕਰਕੇ ਬਿੰਦੀ ਦੀ ਇੰਨੀ ਮਹੱਤਤਾ ਹੈ, ਤੁਸੀਂ ਵੀ ਧਿਆਨ ਦੇ ਨਾਲ ਪੜ੍ਹਨਾ, ਠੀਕ ਹੈ। ਪੀਲੇ ਕੱਪੜੇ ਪਾਈ ਫਿਰਦੇ ਹਨ। ਬੱਚੇ ਬੜੇ ਸ਼ੌਕ, ਦੇਖੋ ਬੱਚੇ, ਜੇ ਬਿੰਦੀ ਨਾ ਹੋਵੇ ਤਾਂ ਕੀ ਬਣ ਗਿਆ, ਸੌਕ ਨਹੀਂ ਹੁੰਦਾ, ਸ਼ੌਕ, ਠੀਕ ਹੈ। ਤਾਂ ਸੱਸੇ ਦੀ ਆਵਾਜ਼ ਸ਼ ਬਣ ਜਾਏਗੀ। ਨਾਲ ਪਤੰਗ ਉਡਾਉਂਦੇ ਹਨ। ਸਾਰੀਆਂ ਰੁੱਤਾਂ 'ਤੇ ਆਪਣਾ ਮਹੱਤਵ ਹੈ। ਸਾਰੀਆਂ ਰੁੱਤਾਂ ਦੇ ਆਪਣਾ ਕੀ ਕਹੇ, ਸਾਰੀਆਂ ਰੁੱਤਾਂ ਦਾ ਆਏਗਾ। ਇੱਥੇ ਵੀ ਦੇਖੋ ਥੋੜ੍ਹੀ ਜਿਹੀ ਗਲਤੀ ਹੈ, ਸਾਰੀਆਂ ਰੁੱਤਾਂ ਦਾ ਆਏਗਾ, ਆਪਣਾ ਮਹੱਤਵ ਹੈ। ਜੇਕਰ ਅਸੀਂ ਪੰਜਾਬੀ ਪੜ੍ਹਾਂਗੇ ਤਾਂ ਹੀ ਉਹ ਸਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗੇਗਾ। ਜੇਕਰ ਅਸੀਂ ਨਿਸ਼ਾਨੀਆਂ ਲਗਾਉਣੀਆਂ ਨੇ ਫਿਰ ਕੀ ਹੈ, ਸਾਨੂੰ ਪੈਰੇ ਪੜ੍ਹਨ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ। ਪਹਿਲਾ ਪ੍ਰਸ਼ਨ, ਰੁੱਤਾਂ ਦੀ ਰਾਣੀ ਕਿਸ ਰੁੱਤ ਨੂੰ ਕਿਹਾ ਜਾਂਦਾ ਹੈ? ਬੱਚਿਓ, ਆਪਾਂ ਪੜ੍ਹ ਚੁੱਕੇ ਕਿ ਰੁੱਤਾਂ ਦੀ ਰਾਣੀ ਬਸੰਤ ਰੁੱਤ ਨੂੰ ਕਿਹਾ ਜਾਂਦਾ ਹੈ, ਕਿਉਂਕਿ ਇਹ ਰੁੱਤ ਬੜੀ ਸੁਹਾਵਣੀ ਹੁੰਦੀ ਹੈ। ਫੁੱਲ ਖਿੜਦੇ ਹਨ ਅਤੇ ਸਾਰੇ ਪਾਸੇ ਕੀ ਹੈ ਵੀ ਬੜਾ ਖੁਸ਼ਨੁਮਾ ਕੀ ਹੈ, ਵਾਤਾਵਰਨ ਹੁੰਦਾ ਹੈ। ਦੂਸਰਾ ਪ੍ਰਸ਼ਨ, ਬਸੰਤ ਰੁੱਤ ਵਿੱਚ ਡੈਸ਼ ਤਿਉਹਾਰ ਮਨਾਇਆ ਜਾਂਦਾ ਹੈ। ਆਪਾਂ ਨੂੰ ਪਤਾ ਹੀ ਹੈ ਕਿਹੜਾ, ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਕਿਉਂਕਿ ਲੋਕ ਇਸ ਦਿਨ ਪੀਲੇ ਕੱਪੜੇ ਵੀ ਪਾਉਂਦੇ ਹਨ, ਮੇਲੇ ਵੀ ਲੱਗਦੇ ਹਨ, ਪਤੰਗ ਵੀ ਚੜਾਉਂਦੇ ਹਨ ਅਤੇ ਘਰਾਂ ਦੇ ਵਿੱਚ ਪੀਲੇ ਚਾਵਲ ਬਣਾਏ ਜਾਂਦੇ ਹਨ। ਤੀਸਰਾ ਪ੍ਰਸ਼ਨ, ਸਹੀ ਵਾਕ ਦੀ ਚੋਣ ਕਰੋ। ਦੇਖੋ ਬੱਚੋ, ਇਹਨਾਂ ਵਾਕਾਂ ਦੇ ਵਿੱਚ ਸ਼ਬਦ ਸਾਰੇ ਉਹੀ ਨੇ, ਪਰ ਇਹਨਾਂ ਨੂੰ ਤਰਤੀਬ ਦੇ ਵਿੱਚ ਨਹੀਂ ਲਿਖਿਆ ਹੋਇਆ, ਠੀਕ ਹੈ। ਦੇਖੋ, ਬੱਚੇ ਪਤੰਗ ਉਡਾਉਂਦੇ ਹਨ ਬੜੇ ਸ਼ੌਕ ਨਾਲ, ਹੈਗਾ ਨਾ, ਗਲਤ। ਦੇਖੋ ਖੁਦ ਦੇਖੋ, ਆਪਾਂ ਬੱਚੇ ਸ਼ੌਕ ਨਾਲ ਲੜਾਉਂਦੇ ਹਨ ਬੱਚੇ ਪਤੰਗਾਂ। ਦੇਖੋ ਬੱਚੋ, ਇਹ ਵੀ ਗਲਤ ਹੈ ਨਾ, ਉਡਾਉਂਦੇ ਹਨ ਬੱਚੇ ਪਤੰਗਾਂ, ਗੱਲ ਨਹੀਂ ਬਣ ਰਹੀ ਕੋਈ। ਈੜੀ, ਬੱਚੇ ਬੜੇ ਸ਼ੌਕ ਨਾਲ ਪਤੰਗਾਂ ਉਡਾਉਂਦੇ ਹਨ। ਅੱਗੇ ਚੌਥਾ ਦੇਖੋ, ਬੱਚੇ ਸ਼ੌਕ ਨਾਲ ਬੜੇ ਪਤੰਗਾਂ ਇੱਥੇ ਕੀ ਹੋਇਆ, ਬੜੇ ਪਤੰਗਾਂ ਉਡਾਉਂਦੇ ਹਨ, ਭਾਵ ਗਲਤ ਹੋ ਗਿਆ, ਬੜੇ ਪਤੰਗਾਂ ਨੂੰ ਉਡਾਉਂਦੇ ਹਨ, ਠੀਕ ਹੈ। ਇਹ ਜਿਹੜਾ ਈੜੀ ਹੈ, ਬਿਲਕੁਲ ਦੇਖੋ, ਬੱਚੇ ਬੜੇ ਸ਼ੌਕ ਨਾਲ ਪਤੰਗਾਂ ਉਡਾਉਂਦੇ ਹਨ। ਤਾਂ ਜਿਹੜਾ ਇਹਦਾ ਸਹੀ ਵਾਕ ਦਾ ਜਿਹੜਾ ਕੀ ਹੈ ਵੀ, ਇਹ ਕੀ ਹੈ ਵੀ ਸਹੀ ਤਰਤੀਬ ਦੇ ਨਾਲ ਲਿਖਿਆ ਹੋਇਆ ਹੈ, ਠੀਕ ਹੈ। ਈੜੀ ਉੱਤਰ ਸਾਡਾ ਬਿਲਕੁਲ ਸਹੀ ਉੱਤਰ ਹੈ। ਅੱਗੇ ਚੌਥਾ ਪ੍ਰਸ਼ਨ, ਜਿਵੇਂ ਰੁੱਤ ਦਾ ਰੁੱਤਾਂ ਉਸੇ ਤਰ੍ਹਾਂ ਤਿਉਹਾਰ ਦਾ ਬੱਚੋ ਕੀ ਹੋਏਗਾ, ਬਹੁਵਚਨ ਤਿਉਹਾਰਾਂ। ਦੇਖੋ, ਇਹ ਤਿਉਹਾਰਾਂ ਬਣ ਗਿਆ। ਤਿਉਹਾਰਾਂ ਦਾ ਭਾਵ ਇੱਥੇ ਬਿੰਦੀ ਨਹੀਂ ਪਾਈ,
जे बिंदी नहीं पता त्योहारा बन गया है ना, ये त्योहारा, ये ठीक है बच्चों, बिंदी पै गई। देखो जे अगर बिंदी नहीं पावांगे छोटी जी बिंदी नाल कितना फर्क पैंदा त्योहारा ते त्योहारा। ठीक है, ये बन गया त्योहारा। त्योहारा कोई शब्द नहीं बनता, सही अर्थ नहीं हैगा, ये त्योहारे बन गया, ये भी गलत है। इस करके एड़ा उत्तर सही है। अगे पंजवां प्रश्न, बसंत रुत संबंधी केड़ा खान प्रसिद्ध है, सानू असीं पढ़ चुके। आई बसंत पाला उड़ंत, कित्थे है बच्चों, आई बसंत पाला उड़ंत। तो सस्सा उत्तर की है भी बिल्कुल सही उत्तर है। अगे चलते असीं गणित दे वल। बच्चों नूं बड़ा आउंदा गणित है ना, सारे बच्चे बड़े ध्यान दे नाल की ने भी नोटां वल वेखदे हन, हर एक में भी साडी जेब च पै जाण। पर देखो किवें चकदे आं आपां। पहला देखे हेठां दित्ते करंसी नोटां दा मुੱਲ दसो। देखो बच्चों 100 ये है, 200 हो गया 300, 310, 320, 330, इत्थे तक 330 हो गए। अगे 330 ते 31, 332, 33, तो सारे जो आप गिणांगे तो किन्ने बन जाएंगे बच्चों 333। तो साडा ईडी उत्तर बिल्कुल सही उत्तर है। दूसरा प्रश्न, एक कार 1 लीटर पेट्रोल नाल 16 किलोमीटर की दूरी तय करती है। हाँ जी बच्चों, किन्ने नाल एक की है भी 1 लीटर के नाल 16 किलोमीटर चल जाती है। देखो कितना वधिया चल रही है ना, एवरेज दे रही है। तो 20 लीटर पेट्रोल नाल कितनी दूर जाएगी, हो सकता जिथे तक तुहाडे नानकिਆਂ तक पहुँच जे है ना। तो सानू पता है, देखो बच्चों जे आपां कहांगे 1 लीटर नाल 16 किलोमीटर, 2 नाल 32, 3 नाल 48, जे आपां इदां 16 16 16 की करांगे जोड़ांगे तो बहुत लंबा क्वेश्चन हो जाएगा। इस करके की करना है, जेकर सानू एक चीज़ का मुੱਲ पता होवे ते बहुतियां दा पता करना होवे तो असीं की करदे हुंदे आ, गुणा करदे आ। तो असीं 16 नूं 20 नाल गुणा करांगे, जीरो तो असीं जीरो इदां ही लगा दांगे, 16 दूनी 32, तो किन्ने हो जाएगा बच्चों 320 किलोमीटर की दूरी तय करेगी। उड़ा उत्तर बिल्कुल सही है। तीसरा, खाली थां भरन लई सही कथन की चोन करो। भाज काहदे बराबर हुंदा बच्चों, भागफल गुणा भाजक प्लस बाकी। जदों असीं भागफल नूं भाजक दे नाल गुणा कर दिंदे आ ते जे बाकी बचदा तो उहदे विच की करदे जोड़ दिंदे हां, तां साडे कोले भाज आ जांदा। भाज भाव जिहड़ी रकम असीं पूरी दी पूरी किसी चीज़ नाल वंडनी हुंदी है उहनूं असीं भाज बोलदे हां। अगे देखो चौथा प्रश्न, हेठां दिते चित्रां विचों किहड़े चित्र विच रंगदार भाग दी भिन्न 1/3 है। हाँ जी बच्चों, देखो ये च कल्ले 2 भाग ने, ये च 4 ने, इस करके ये भी नहीं हो सकता, ये भी नहीं, क्योंकि तिहाई 1/3 दा भाव बटा साडे कोले नीचे 3 चाहिदा है। इन्हां दा तां मतलब ही नहीं है। इहदे 4 भाग ने, इहदे 4 भाग ने, इहदे बटा 4 आएगा, तो ये बटा कितना आएगा बच्चों 2 आएगा। इस करके 1/3 कित्थे हो सकता, पहला उत्तर सही है। 3 भाग ने, जिन्ने असीं भाग हुंदे ने असीं नीचे लिखते हैं बटा 3, की लिखांगे आपां बच्चों बटा 3, कितना लिखांगे बटा 3, कितना रंगिया है 1, तो 1/3 किहदा भाग है, ऊड़े का उत्तर सही उत्तर है 1/3। अगे पंजवां प्रश्न, हेठ दिते चित्र के रंगदार भाग की भिन्न अनुसार तुल भिन्न चुनो। तुल हुंदी है बच्चों बराबर, ये बराबर दसनी है। किन्ने भाग ने पहला असीं गिनने ने 1 2 3 4 5 6 7 8 बच्चों हैगे ने। बटा किन्ने लिखांगे आपां 8, उपर किन्ने लिखांगे जिन्ने रंगदार भाग ने, रंग किन्ने ने 4, तो 4/8, 4/8 में जो कट्टांगे आप 4 के बड़े कट्टा जाएगा, 1 चौका चौका 2 चौके 8, तो भाव 1/2 आ जाएगा। तो ऊड़ा उत्तर बिल्कुल सही उत्तर है 4/8 नूं आपां जो कट्टांगे 1/2 आ जाएगा। ठीक है बच्चों, ये हैगी तुल भिन्न कि इस की है भी चित्र के अनुसार। अगे चलते हैं, सबजैक्ट इंग्लिश शुरू हो गया साडा। हाँ जी, बड़े ध्यान दे नाल तुसी सुनना है, फिर तुसी खुद पढ़ना है। एन ओल्ड वूमन वाज वेटिंग एट द बस स्टॉप। हाँ जी, एक बुढ़ी औरत बस स्टॉप होंगे जिथे बसां रुकदियां ने, बस अड्डे ते की है भी बस का इंतज़ार कर रही सी। वेटिंग हुंदा, वेट हुंदा इंतज़ार करना, वेटिंग कर रही सी पास्ट कंटीन्यूस टेंस है बच्चों ये। बस स्टॉप जिथे बसां रुकदियां ने, बस अड्डा भी बोलते हैं। ठीक है। आफ्टर सम टाइम, कुछ समय बाद, ए बस केम
ਕਮ ਕੇਮ, ਕਿਉਂਕਿ ਆਪਾਂ ਸਾਰਾ ਪਾਸਟ ਦੇ ਵਿੱਚ ਬੀਤੇ ਸਮੇਂ ਬਾਰੇ ਕਰ ਰਹੇ ਹਾਂ ਤਾਂ ਸੈਕੰਡ ਵਰਬ ਦੀ ਜ਼ਰੂਰ ਵਰਤੋਂ ਪੈਂਦੀ ਹੁੰਦੀ ਹੈ। ਤਾਂ ਕੇਮ ਆ ਗਿਆ, ਇਹ ਬੱਸ ਕੇਮ, ਇੱਕ ਬੱਸ ਆਈ। ਵਟ ਦਾ ਡਰਾਈਵਰ ਡਿਡ ਨੋਟ ਕੀ ਹੈ ਵੀ ਸਟਾਪ ਦਾ ਬੱਸ, परंतु उसने बस रोकी ना। कि है बच्चों बस तो आ गई परंतु ड्राइवर ने बस रोकी नहीं। द ओल्ड वोमैन लुकड एट हर वॉच। हाँ जी, बुढ़ी औरत ने अपनी घड़ी वाल वेख्या, उन्हें किया भी हाथ ते घड़ी बनी होनी ताइयों वेख्या है ना। एंड सैड ते कहा इफ आई सैट हेयर वेटिंग फॉर द बस, जेकर मैं इत्थे ही बस का इंतजार करती रही, आई शैल नैवर गैट बैक होम ऑन टाइम, मैं कदे भी समय ते घर पहुँच नहीं जावांगी, भाव नहीं सकती है ना, नहीं पहुँच जावांगी। सून हर नेवर, नेवर हुंदा बच्चों गवांढी, ठीक है। सून हर नेवर हू वॉज पासिंग बाय इन हिज कार, जिहड़ा कि कोल दी लंघ रहा सी अपनी कार दे विच। सून हुंदा जल्दी, जल्दी ही उसका गवांढी हू वॉज पासिंग बाय इन हिज कार, जिहड़ा कि अपनी कार दे विच बैठा उत्थों लंघ रहा सी। ऑफर हर लिफ्ट, उसने किया उसनूं ऑफर किया कि भाव लिफ्ट देण लई अपने बस पिया गड्डी विच बिठाउण लई उसनूं कहा। द ओल्ड वोमैन थैंक्ड, बुढ़ी औरत ने उसका धन्नवाद किया। द काइंड मैन, उसने किया उस दयालु आदमी का धन्नवाद किया। एंड रीचड होम ऑन टाइम, ਅਤੇ ਸਮੇਂ 'ਤੇ ਕੀ ਹੈ ਵੀ ਉਹ ਆਪਣੇ ਘਰ ਪਹੁੰਚ ਗਈ। ਦੇਖੋ ਬੱਚੋ ਲੋਕ ਚੰਗੇ ਵੀ ਹੁੰਦੇ ਨੇ ਹੈ ਨਾ। ਵੈਸੇ ਤਾਂ ਸਾਨੂੰ ਜਿਸ ਨੂੰ ਅਸੀਂ ਜਾਣਦੇ ਨਾ ਹੋਈਏ, ਅਣਜਾਣ ਬੰਦੇ ਦੇ ਕਦੇ ਵੀ ਸਾਨੂੰ ਕਿਸੇ ਬੱਸ ਗੱਡੀ ਕਾਰ ਦੇ ਵਿੱਚ ਨਹੀਂ ਬੈਠਣਾ ਚਾਹੀਦਾ। ਪਰ ਜੇਕਰ ਸਾਡਾ ਕੋਈ ਗੁਆਂਢੀ ਹੈ, ਸਾਡਾ ਖਾਸ ਹੈ, ਤਾਂ ਚਲੋ ਬੈਠ ਸਕਦੇ ਹਾਂ। ਪਰ ਕਦੇ ਵੀ ਕਿਸੇ ਨੂੰ ਕਿ ਜਿਹਨੂੰ ਅਸੀਂ ਅਨਨੋਨ ਹੋਈਏ, ਸਾਨੂੰ ਚਾਹੇ ਕਿੰਨਾ ਹੀ ਆਫਰ ਕਰੇ ਵੀ ਲਿਫਟ ਦੇਵੇ ਵੀ ਬੈਠੋ ਤੁਸੀਂ ਮੈਂ ਤੁਹਾਨੂੰ ਛੱਡ ਦੇਵਾਂਗਾ, ਸਾਨੂੰ ਅੱਜ ਦੇ ਜ਼ਮਾਨੇ ਵਿੱਚ ਕਿਸੇ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ठीक है ना। देखो फर्स्ट क्वेश्चन है हू वॉज वेटिंग एट द बस स्टॉप। हाँ जी, कौन बस स्टॉप ते बस अड्डे ते इंतजार कर रहा सी, कौन बच्चों, एन ओल्ड वोमैन, एक बुढ़ी औरत। ओल्ड हुंदा बजुर्ग, बुढ़ी औरत है ना। सैकेंड क्वेश्चन, द ओल्ड वोमैन वाज वेयरिंग डैश ऑन हर हैंड वॉच। हाँ जी बच्चों, की पहनी हुई सी उन्हें घड़ी, ऑन हर हैंड, हैंड ते की पहुंचेगी वो वॉच। बैंड भी पै सकती है, बैंगल्स भी, पर की उत्थे आपां नूं घड़ी बारे दस्सिया गया, तो आपां ए ऑप्शन बिल्कुल सही है। तीसरा क्वेश्चन, हू ऑफर्ड ए लिफ्ट टू द ओल्ड वुमैन। हाँ जी, बुढ़ी औरत नूं लिफ्ट किसने दी, किने की ऑफर किया, किने बच्चों, नेबर ने, उसके गुआढ़ी ने, है ना। ड्राइवर ने तो बस रोकी नहीं सी, रिलेटिव का रिश्तेदार कोई आया ही नहीं, ना कोई दा फ्रेंड सी, ताकि बच्चों नेबर ने, उसके गुआढ़ी ने। बी ऑप्शन सही आंसर है। अगे फोर्थ क्वेश्चन, चूज द नाउन। नाउन की होंगे बच्चों, किसी चीज़ का नाम, ठीक है। नाउन दो होंगे, कॉमन तो प्रॉपर। कॉमन होंगे आम, जिमें आप कहने बसा, बहुत सारिया बसा, बसा नूं आपां कहते बस, पर किसी बस का आप कहने शिव है, ठीक है, ਜਾਂ कोई आप कहने सतलुज है, ਜਾਂ कोई आप किसी बस का नाम कह सकते हैं, है ना, गर्ग बस है, ਜਾਂ कुछ भी कह सकते हैं किसी बस का नाम, ਉਹਦਾ ਕੀ ਹੋ प्रॉपर नाम हो गया। पर इत्थे की कॉम आप नाम देखना, सैट होंगे बैठना, केम वर्ब दी फॉर्म है, केम सैट, ठीक है। लुकड ये भी की है वर्ब दी फॉर्म है, पर की है बस की है नाम है, की है बस का नाम है, इस करके डी ऑप्शन बिल्कुल सही है कि नाउन है। अगे फिफ्थ क्वेश्चन, एज डार्क इज टू लाइट। हाँ जी, अपोजिट शब्द अपोजिट होंगे विरोधी शब्द। डार्क का की बच्चों, हनेरे का की है चानन, लाइट। ओल्ड का की होंगे बुढ़े का की होगा यंग, की है यंग, YOUNG, यंग होंगे नौजवान, ओल्ड होंगे बजुर्ग, यदा उल्ट की हो गया यंग, ठीक है। तो बी ऑप्शन इज राइट आंसर। अगे चलते हैं हिंदी, विषय हिंदी। एक चिंटी और टिड्डा गहरे दोस्त थे। टिड्डे को सारा दिन आराम करना और गिटार बजाना पसंद था, परंतु चिंटी पूरे दिन कड़ी मेहनत करके खाना इकट्ठा करती रहती थी। टिड्डा चींटी को हर दिन थोड़ा आराम करने के लिए कहता, लेकिन चींटी मना कर देती और अपना काम जारी रखती थी, क्योंकि जल्द ही सर्दी का मौसम आने वाला था। हाँ जी बच्चों, इतने कि चींटी है, ठीक है, मैं थोड़ा गलत बोल गई सी, ठीक है। मना कर देती और अपना काम जारी रखती थी, क्योंकि जल्द ही सर्दी का मौसम आने वाला था। जैसे ही सर्दी का मौसम आया, दिन व रात में ठंड बहुत बढ़ गई। ऐसे में बहुत कम प्राणी घर से बाहर जाते थे। ऐसे में टिड्डे के
लिए खाना जुटाना मुश्किल हो गया और वह भूख से बेहाल हो गया। लेकिन चींटी के पास सर्दियों में बिना किसी चिंता के रहने के लिए पर्याप्त खाना था। टिड्डे को समझ आ गई कि समय रहते मेहनत करना अच्छी बात है। देखो बच्चों, कितना अच्छा हमें यहाँ शिक्षा मिलती है कि हमें समय समय पर मेहनत करते रहना चाहिए, कभी हमारा काम किया अधूरा नहीं छोड़ना चाहिए। जो लोग समय पर मेहनत करते हैं वो ज़िंदगी में बहुत अच्छी ज़िंदगी जीते हैं। जैसे चींटी जीती है, वो बहुत दिन रात क्या काम करती रहती है। प्रश्न पहला, गद्यांश में हमें क्या सीख मिलती है? खाना इकट्ठा करने की, गिटार बजाने की, आराम करने की, मेहनत करने की। हमें क्या मिलती है बच्चों? मेहनत करने की, कि हमें भी चींटी की तरह दिन रात मेहनत करना चाहिए, तभी हम अच्छा फल प्राप्त कर सकते हैं। सेकंड प्रश्न, दूसरा प्रश्न, गद्यांश में शुरुआत में कौन सा मौसम नहीं था? बसंत, सर्दी। हाँ जी बच्चों, पहले सर्दी नहीं थी, सर्दी तो आने वाली थी। सर्दी से पहले क्या होती है? गर्मी होती है ना। पहले गर्मी थी, शुरू में सर्दी नहीं थी। तो दूसरा उत्तर बिल्कुल सही उत्तर है। प्रश्न तीसरा, चींटी और टिड्डे के स्वभाव में थी डैश गहराई, चतुराई, असमानता। हाँ जी बच्चों, असमानता थी। क्यों? क्योंकि चींटी बहुत मेहनती थी और क्या कि भी टिड्डा था वो आलसी था, काम नहीं करता था, मन या काम से दिल चुराता था, मन चुराता था, इसलिए उनमें समानता नहीं थी। तीसरा बिल्कुल सही उत्तर है। गद्यांश में व को शब्द रूप में उपयोग किया गया, इसका क्या अर्थ है? व का होता बच्चों और। जैसे देखो वहाँ लिखा हुआ है दिन व रात, दिन और रात। व को हम और कह सकते हैं, चाहे जय भी हो सकता था। दिन और रात में ठंड बहुत बढ़ गई तो और कह सकते हैं। पंजाबी च अते कहने असी, इंग्लिश कहने एन। प्रश्न 5, चींटी को टिड्डे ने आराम करने के लिए क्यों कहा था? पहला भूखा होने के कारण, दूसरा चींटी से नफरत होने के कारण, तीसरा आराम पसंद होने के कारण। हाँ जी बच्चों, क्यों? क्योंकि वो आराम पसंद था। वो कहता आज नहीं काम, कल करेंगे, कल नहीं परसों करेंगे, ऐसे ऐसे करते करते उसने सारा समय बेकार कर दिया और भूख के मारे सर्दी में पछताने लगा, क्योंकि वो आराम पसंद था, काम नहीं करता था। इसलिए तीसरा उत्तर बिल्कुल सही उत्तर है। ਅੱਗੇ ਚੱਲਦੇ ਬੱਚੋ ਵਿਸ਼ਾ ਵਾਤਾਵਰਨ, ਜਿੱਥੇ ਕਿ ਸਾਨੂੰ ਵਾਤਾਵਰਨ ਕਿੱਥੇ ਰਹਿਣ ਦੇ ਵਿੱਚ ਕਿ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਗਿਆਨ ਹੁੰਦਾ ਹੈ। ਦੇਖੋ ਬੱਚੋ, ਇਹ ਕਿਹੜੇ ਰੁੱਖ ਦੀ ਤਸਵੀਰ ਹੈ? ਸਾਨੂੰ ਪਤਾ ਹੈ ਜਿਨ੍ਹਾਂ ਦੇ ਦਾੜੀ ਹੁੰਦੀ ਹੈ, ਇਹ ਦੇਖੋ ਇਹਨੂੰ ਦਾੜੀ ਵੀ ਕਹੇ ਜਾਂਦੇ ਨੇ। ਇਹ ਕਿਹੜਾ ਰੁੱਖ ਹੈ? ਬੋਹੜ ਦਾ ਰੁੱਖ ਹੈ। ਬੋਹੜ ਦੇ ਨੀਚੇ ਜਟਾਂ ਲੌਂਕਦੀਆਂ ਹੁੰਦੀਆਂ ਨੇ, ਬੱਚੇ ਕਈ ਵਾਰ ਫੜ ਕੇ ਇਹਨਾਂ ਨੂੰ ਝੂਟਦੇ ਵੀ ਨੇ। ਠੀਕ ਹੈ, ਇਹਨੂੰ ਬੋਹੜ ਦੀ ਦਾੜੀ ਜਾਂ ਜਟਾਂ ਵੀ ਕਹੀਆਂ ਜਾਂਦੀਆਂ ਨੇ। ਇਸ ਕਰਕੇ ਕਿਹੜਾ ਰੁੱਖ ਹੈ? ਬੋਹੜ ਹੈ। ਚੌਥਾ ਉੱਤਰ ਬਿਲਕੁਲ ਸਹੀ ਹੈ। ਦੂਸਰਾ ਪ੍ਰਸ਼ਨ, ਸਮੇਂ ਸਮੇਂ 'ਤੇ ਸਬਜ਼ੀਆਂ ਨੂੰ ਕੀਟਾਂ ਤੋਂ ਬਚਾਉਣ ਲਈ ਕੀਟਨਾਸ਼ਕ ਦਵਾਈਆਂ ਛਿੜਕਾਅ ਕੀਤਾ ਜਾਂਦਾ ਹੈ। ਕੀਟਨਾਸ਼ਕ ਦਵਾਈਆਂ ਦਾ ਸਬਜ਼ੀਆਂ ਉੱਤੇ ਪੈਣ ਵਾਲਾ ਪ੍ਰਭਾਵ ਕੀ ਹੁੰਦਾ ਹੈ ਬੱਚਿਓ? ਸਵਾਦ ਖਤਮ ਹੋ ਜਾਂਦਾ ਹੈ, ਊੜਾ ਸਬਜ਼ੀਆਂ ਜ਼ਹਿਰੀਲੀਆਂ ਹੋ ਜਾਂਦੀਆਂ ਹਨ, ਸਬਜ਼ੀਆਂ ਬਹੁਤ ਲੇਟ ਹੁੰਦੀਆਂ ਨੇ, ਸਬਜ਼ੀਆਂ ਗਲ ਸੜ ਜਾਂਦੀਆਂ ਹਨ। ਹਾਂਜੀ ਬੱਚਿਓ, ਵੈਸੇ ਤਾਂ ਸਵਾਦ ਵੀ ਖਤਮ ਹੋ ਜਾਂਦਾ ਆਮ ਨਾਲੋਂ, ਨੈਚੁਰਲ ਨਾਲੋਂ, ਪਰ ਇੱਥੇ ਅਸੀਂ ਕੀ ਕਹਾਂਗੇ? ਸਬਜ਼ੀਆਂ ਜ਼ਹਿਰੀਲੀਆਂ ਹੋ ਜਾਂਦੀਆਂ ਹਨ। ਠੀਕ ਹੈ, ਦੂਸਰਾ ਉੱਤਰ ਸਹੀ ਉੱਤਰ ਹੈ। ਤੀਸਰਾ ਪ੍ਰਸ਼ਨ, ਜਿਨ੍ਹਾਂ ਬੱਚਿਆਂ ਨੂੰ ਸੁਣਦਾ ਨਹੀਂ ਉਹ ਅਧਿਆਪਕ ਦੀ ਗੱਲ ਕਿਵੇਂ ਸਮਝਦੇ ਹਨ ਬੱਚਿਓ? ਦੇਖੋ, ਜਿਨ੍ਹਾਂ ਨੂੰ ਤਾਂ ਬੱਚੋ ਦਿਖਦਾ ਨਹੀਂ ਉਹ ਤਾਂ ਬਰੇਲ ਲਿਪੀ ਰਾਹੀਂ ਛੂਹ ਕੇ ਪੜ੍ਹਦੇ ਨੇ, ਪਰ ਜਿਨ੍ਹਾਂ ਨੂੰ ਸੁਣਦਾ ਨਹੀਂ ਪਰ ਦਿਖਦਾ ਉਹ ਕੀ ਹੈ ਵੀ? ਉਹ ਇਸ਼ਾਰਿਆਂ ਦੇ ਰਾਹੀਂ ਸਮਝਦੇ ਨੇ। ਦੂਸਰਾ ਉੱਤਰ ਸਹੀ ਉੱਤਰ ਹੈ। ਪ੍ਰਸ਼ਨ ਚੌਥਾ, ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਔਰਤਾਂ ਕਿਸੇ ਵੀ ਤਰ੍ਹਾਂ ਦੀ ਨੌਕਰੀ ਜਾਂ ਮਜ਼ਦੂਰੀ ਨਾ ਕਰਕੇ ਘਰ ਦਾ ਸਾਰਾ ਦਿਨ ਕੰਮ ਕਰਦੀਆਂ ਹਨ। ਇਨ੍ਹਾਂ ਘਰੇਲੂ ਔਰਤਾਂ ਦੇ ਡੈਸ਼ ਕੰਮ ਦਾ ਕੋਈ ਲਾਭ ਨਹੀਂ ਹੁੰਦਾ। ਬਿਲਕੁਲ ਗਲਤ ਹੈ ਬੱਚਿਓ। ਜੇਕਰ ਜਨਾਨੀਆਂ ਘਰਾਂ ਵਿੱਚ ਕੰਮ ਨਾ ਕਰਨ, ਔਰਤਾਂ ਤਾਂ ਘਰ ਰੁਲ ਜਾਂਦੇ ਨੇ। ਇਸ ਕਰਕੇ ਕੰਮ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਦੂਸਰਾ ਉੱਤਰ ਬਿਲਕੁਲ ਸਹੀ ਹੈ, ਕਿਉਂਕਿ ਘਰ ਦੇ ਕੰਮ ਵੀ ਬਹੁਤ ਹੁੰਦੇ ਨੇ। ਘਰ ਦੀ ਸਫਾਈ ਕਰਨੀ, ਖਾਣਾ ਬਣਾਉਣਾ, ਬਰਤਨ ਸਾਫ਼ ਕਰਨੇ, ਬੱਚਿਆਂ ਦੀ ਦੇਖਭਾਲ ਕਰਨੀ, ਇਸ ਕਰਕੇ ਵੀ ਇਹਨਾਂ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਦੂਸਰਾ ਉੱਤਰ ਸਹੀ ਹੈ। ਪੰਜਵਾਂ ਪ੍ਰਸ਼ਨ, ਸਾਡੇ ਹੱਥਾਂ ਵਿੱਚ ਕੀਟਾਣੂ ਨਾ ਪੈਦਾ ਹੋਣ ਇਸ ਲਈ ਸਾਨੂੰ, ਹਾਂਜੀ ਬੱਚੋ, ਕੀ ਕਰਨਾ ਚਾਹੀਦਾ? ਦੇਖੋ, ਸਾਨੂੰ ਨਹੁੰ ਵਧਾ ਕੇ ਰੱਖਣੇ ਚਾਹੀਦੇ ਹਨ। ਬਿਲਕੁਲ ਗਲਤ ਹੈ। ਦਸਤਾਨੇ ਪਾਉਣੇ ਚਾਹੀਦੇ ਹਨ ਬੱਚੋ। ਦਸਤਾਨੇ ਪਾ ਕੇ ਵੀ ਜੇ ਆਪਾਂ ਦਸਤਾਨਿਆਂ ਨੂੰ ਨਹੀਂ ਧੋਵਾਂਗੇ ਤਾਂ ਉਹ ਵੀ ਗਲਤ, ਉਸ 'ਚ ਵੀ ਕੀਟਾਣੂ ਪੈਦਾ ਹੋ ਜਾਣਗੇ। ਇਹ ਵੀ ਨਹੀਂ ਆਪਾਂ ਕਹਿ ਸਕਦੇ ਸਹੀ।
तीसरा हैगा 9 कट के रखने चाहिए ने। इस की है भी चारों ऑप्शन के मुताबिक साडा तीसरा उत्तर बिल्कुल सही है। साडे हत्थां 'च कीटाणु पैदा ना हो तो सानू 9 कट के रखने चाहिए हैं। तीसरा उत्तर बिल्कुल सही है। हत्थ गंदे रखने चाहिए हैं, ये बच्चों गलत है। हत्थ गंदे रखने नहीं चाहिए तो सानू की है भी तीसरा ऑप्शन प्रश्न के मुताबिक सही है। 9 कट के रखने चाहिए हैं। मैनू लगता है मेरे बच्चे मेरी सारी गल ध्यान नाल सुनणगे ते कि इस पैरे नूं पढ़नगे। सारे पैरिਆਂ नूं पढ़ के फिर उस तो बाद खुद अपने उत्तरां की जांच करनगे। चलो बच्चों मिलते हैं फिर कल। ओके बाय, हैव ए नाइस डे।